ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗੱਜ ਕੇ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਰਬੱਤ ਸੰਗਤਾਂ ਰਲ ਮਿਲ ਕੇ ਹਰ ਹਫ਼ਤੇ ਇੱਕ ਅਭਿਆਸ ਨੂੰ ਕਮਾਉਣ ਦੀ ਕੋਸ਼ਿਸ਼ ਕਰਦੇ ਹਨ, ਸੋ ਜਿਵੇਂ ਕਿ ਗੁਰੂ ਸਾਹਿਬ ਜੀ ਸਾਡੇ ਤੇ ਟੁੱਟ ਕੇ ਸਾਨੂੰ ਅਭਿਆਸ ਤੇ ਕਰਾ ਹੀ ਰਹੇ ਹਨ, ਪਰ ਪਿਛਲੇ ਅਭਿਆਸ ਤੋਂ ਹੀ ਇਸ ਤਰ੍ਹਾਂ ਜ਼ਿਆਦਾਤਰ ਲੱਗੀ ਜਾ ਰਿਹਾ ਹੈ ਕਿ ਇਹ ਇੱਕ ਅਭਿਆਸ ਨਹੀਂ, ਇੱਕ ਗੁਰਸਿੱਖ ਦਾ ਸ਼ੀਸ਼ਾ ਹੈ। ਜਿਹੜੇ ਸ਼ੀਸ਼ੇ ਵਿੱਚ ਵੇਖ ਕੇ, ਜਿਸ ਸ਼ੀਸ਼ੇ ਨੂੰ ਵੇਖ ਕੇ ਅਸੀਂ ਅੰਦਰ ਸਵਾਰ ਸਕਦੇ ਹਾਂ, ਸਾਨੂੰ ਅੰਦਰੋਂ ਕੁਝ ਦਿਖਦਾ ਹੈ ਕਿ ਅੰਦਰ ਕੀ ਹੈ। ਇਹ ਐਸਾ ਸ਼ੀਸ਼ਾ ਹੈ। ਇੱਕ ਸ਼ੀਸ਼ਾ ਉਹ ਤਾਂ ਹੁੰਦਾ ਹੀ ਹੈ ਕਿ ਜਿਹਦੇ ਵਿੱਚੋਂ ਅਸੀਂ ਆਪਣਾ ਬਾਹਰਲਾ ਰੂਪ ਵੇਖਦੇ ਹਾਂ, ਪਰ ਸ਼ਬਦ ਰੂਪੀ ਸ਼ੀਸ਼ਾ ਐਸਾ ਹੈ ਜੋ ਸਾਨੂੰ ਅੰਦਰ ਵਿਖਾਉਂਦਾ ਹੈ ਕਿ ਗੁਰਸਿੱਖਾ ਤੇਰੇ ਅੰਦਰ ਕੀ ਹੈ, ਤੂੰ ਕੀ ਹੋਣਾ ਚਾਹੀਦਾ ਸੀ, ਤੂੰ ਹੈ ਕੀ ਆ। ਸੋ ਜਿਵੇਂ ਗੁਰੂ ਪਿਤਾ ਨੇ ਦਇਆ ਕਰਕੇ ਪਿਛਲੇ ਅਭਿਆਸ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸੀ, ਸੋ ਸਾਨੂੰ ਅਭਿਆਸ ਬਖਸ਼ਿਸ਼ ਕੀਤਾ ਸੀ, ਅਤੇ ਜਦੋਂ ਉਸ ਅਭਿਆਸ ਨੂੰ ਆਪਾਂ ਕਰ ਰਹੇ ਸੀ ਤੇ ਇਉਂ ਮਤਲਬ ਪ੍ਰਤੀਤ ਹੋਣਾ ਸ਼ੁਰੂ ਹੋ ਗਿਆ ਕਿ ਨਹੀਂ, ਕਿ ਇਹ ਗੁਰੂ ਪਿਤਾ ਮੈਨੂੰ ਮੇਰਾ ਸ਼ੀਸ਼ਾ ਵਿਖਾਲ ਰਹੇ ਨੇ ਕਿ ਤੇਰੇ ਅੰਦਰ ਕੀ ਆ, ਕਿੰਨਾ ਕੋੜ ਆ ਤੇਰੇ ਅੰਦਰ, ਤੂੰ ਕੀ ਕੁਛ ਕਰ ਰਿਹਾ ਵਾ, ਤੂੰ ਕਿਸ ਤਰ੍ਹਾਂ ਸੰਸਾਰ ਨੂੰ ਭੋਗ ਰਿਹਾ ਵਾ, ਅਤੇ ਭੋਗਦਾ ਹੀ ਤੂੰ ਭਸਮ ਹੋ ਜਾਣਾ ਆ। ਤੂੰ ਦੁਨੀਆਦਾਰੀ ਛੱਡ ਨਹੀਂ ਰਿਹਾ, ਤੇਰੇ ਗਲ ਸੰਗਲ ਪੈਣੇ ਆ, ਤੇਰੇ ਕੋਲ ਅੱਗੇ ਲੇਖਾ ਮੰਗਿਆ ਜਾਣਾ ਇਹਨਾਂ ਕਰਮਾਂ ਦਾ। ਇਹ ਜੋ ਕੁਝ ਵੀ ਤੂੰ ਕਰ ਰਿਹਾ ਹੈ ਐਵੇਂ ਨਹੀਂ, ਇਹਦਾ ਲੇਖਾ ਮੰਗਿਆ ਜਾਣਾ ਤੇਰੇ ਕੋਲੋਂ। ਤੈਨੂੰ ਕਿਤੇ ਥਾਂ ਨਹੀਂ ਮਿਲਣੀ, ਤੈਨੂੰ ਰੋਂਦੇ ਨੂੰ ਸੁਣਨਾ ਨਹੀਂ ਕਿਸੇ ਨੇ, ਫਿਰ ਤੂੰ ਪਛਤਾਉਣਾ ਕਿ ਵੀ ਮਨ ਅੰਧੇ ਨੇ ਜਨਮ ਗਵਾ ਲਿਆ ਵਾ। ਅਤੇ ਜਦੋਂ ਗੁਰੂ ਪਿਤਾ ਅੱਗੇ ਬੇਨਤੀ ਕਰੀਦੀ ਸੀ, ਗੁਰੂ ਪਿਤਾ ਹੁਣ ਕਰ ਕੀ ਸਕਦੇ ਹਾਂ, ਅਤੇ ਜਦੋਂ ਅਗਲੇ ਸ਼ਬਦ ਨੂੰ ਵੇਖੀਦਾ ਸੀ ਤਾਂ ਐਂ ਲੱਗਦਾ ਸੀ ਕਿ ਗੁਰੂ ਪਿਤਾ ਨੇ ਅਗਲੇ ਸ਼ਬਦ ਦੇ ਵਿੱਚ ਉਸ ਦਾ ਹੱਲ ਵੀ ਰੱਖਿਆ ਹੈ। ਉਹ ਜਿਹੜਾ ਸ਼ੀਸ਼ੇ ਥਰੂ ਸਾਨੂੰ ਅੰਦਰ ਵਿਖਾਲਿਆ ਹੈ, ਹੁਣ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਨਹੀਂ, ਗੁਰੂ ਪਿਤਾ ਨੇ ਉਹ ਵਿਖਾਲਿਆ ਤੇ ਹੈ ਵੀ ਅੰਦਰ ਕੀ ਆ, ਪਰ ਪੁੱਤ ਨੂੰ ਕਿੱਦਾਂ ਤੂੰ ਠੀਕ ਕਰ ਸਕਦਾ, ਇਹ ਵੀ ਮੈਂ ਪੁੱਤ ਰਾਤ ਨੂੰ ਦੱਸ ਦੇਵਾਂ। ਹੇ ਗੁਰੂ ਪਿਤਾ ਜੀਓ, ਆਪ ਜੀ ਕਿਹੜੇ ਸ਼ਬਦਾਂ ਵਿੱਚ ਆਪ ਜੀ ਦਾ ਧੰਨਵਾਦ ਕਰ ਸਕੀਏ, ਕਿਉਂਕਿ ਉਹ ਸ਼ਬਦ ਹੀ ਕੋਈ ਨਹੀਂ ਹੈ ਆਪ ਜੀ ਦੇ ਧੰਨਵਾਦ ਵਾਸਤੇ, ਕਿਉਂਕਿ ਇੰਨਾ ਕੁਛ ਬਖਸ਼ ਰਹੇ ਹੋ, ਇੰਨਾ ਕੁਛ ਦੇ ਰਹੇ ਹੋ, ਇੰਨਾ ਕੁਛ ਸਮਝਾ ਰਹੇ ਹੋ। ਗੁਰੂ ਪਿਤਾ ਕਿੱਦਾਂ ਆਪ ਜੀ ਦਾ ਧੰਨਵਾਦ ਕਰੀਏ। ਗੁਰੂ ਪਿਤਾ ਜੀ ਆਪ ਜੀ ਜਦੋਂ ਹੁਣ ਇਹ ਸਮਝਾ ਰਹੇ ਹੋ ਕਿ ਬੇਨਤੀ ਕਿੱਦਾਂ ਕਰਨੀ ਹੈ, ਤੁਸੀਂ ਰਹਿਣਾ ਕਿੱਦਾਂ ਆ, ਜੇ ਹਾਲਾਤ ਆ ਤੇਰੀ ਤੇ ਤੂੰ ਇੱਦਾਂ ਠੀਕ ਵੀ ਕਰ ਸਕਦਾ ਆ। ਸੋ ਜਦੋਂ ਗੁਰੂ ਪਿਤਾ ਅੱਗੇ ਰੱਖੀਦਾ ਕਿ ਦੀਨ ਦਿਆਲ ਸੁਣ ਬੇਨਤੀ, ਹਰ ਪ੍ਰਭ ਹਰ ਰਾਇਆ ਰਾਮ ਰਾਜੇ। ਸੋ ਗੁਰੂ ਪਿਤਾ ਜੀ ਦੀਨ ਹੁੰਦਾ ਕੀ ਆ, ਗੁਰੂ ਪਿਤਾ ਜੀ ਦੀਨ ਕਹਿੰਦੇ ਕਿਹਨੂੰ ਆ। ਸੋ ਜਦੋਂ ਉਹਦੇ ਅਰਥ ਵੇਖੀਦੇ ਸੀ ਤੇ ਅਰਥ ਇੱਦਾਂ ਮਹਿਸੂਸ ਹੁੰਦਾ ਸੀ ਕਿ ਜਿਸ ਤਰ੍ਹਾਂ ਦੀਨ ਹੁੰਦਾ ਅਨਾਥ ਜਿਹਦਾ ਕੋਈ ਸਹਾਰਾ ਨਾ ਹੋਵੇ, ਦੀਨ ਹੁੰਦਾ ਉਹ ਜਿਹੜਾ ਗਰੀਬ ਹੋਵੇ। ਸੋ ਗੁਰੂ ਪਿਤਾ ਦੇ ਅੱਗੇ ਬੇਨਤੀ ਕੀਤੀ, ਗੁਰੂ ਪਿਤਾ ਮੈਂ ਤਾਂ ਗਰੀਬ ਨਹੀਂ ਆ, ਮੈਂ ਤਾਂ ਅਨਾਥ ਨਹੀਂ ਆ, ਮੇਰੇ ਕੋਲ ਤਾਂ ਬੜਾ ਕੁਛ ਆ, ਮੇਰੇ ਕੋਲ ਤਾਂ ਘਰ ਆ, ਬਾਹਰ ਆ, ਧੀਆਂ ਵਾ, ਪੋਤੇ ਆ, ਮਾਂ ਪਿਓ ਆ, ਸਾਰਾ ਸੰਸਾਰ ਆ ਮੇਰੇ ਕੋਲ ਗੁਰੂ ਪਿਤਾ, ਮੈਂ ਕਿੱਧਰੋਂ ਗਰੀਬ ਆ, ਘਰ ਬਾਹਰ ਆ। ਸੋ ਗੁਰੂ ਪਿਤਾ ਫਿਰ ਸਮਝਾਉਂਦੇ ਸੀ ਕਿ ਪੁੱਤ ਲਿਆ ਕਿੱਥੋਂ ਸੀ, ਤੈਨੂੰ ਮਿਲਿਆ ਕਿੱਥੋਂ ਸੀ, ਤੈਨੂੰ ਦਿੱਤਾ ਕਿੰਨੇ ਸੀ, ਕਿ ਤੂੰ ਵਾਕਿਆ ਤੂੰ ਲਿਆ ਇਹ ਸਭ ਕੁਝ ਕਿ ਤੈਨੂੰ ਮਿਲਿਆ ਕਿਤਿਓਂ। ਸੋ ਤੂੰ ਇੰਨਾ ਕੁ ਤੇ ਦੱਸ ਵੀ ਜਿਹੜਾ ਤੇਰੇ ਕੋਲ ਘਰ ਆ, ਕਿ ਇਹ ਘਰ 'ਚ ਤੂੰ ਸਦਾ ਰਹਿਣਾ, ਕਿ ਇਹ ਵਾਕਿਆ ਹੀ ਤੇਰਾ ਘਰ ਵਾ, ਜਿਹੜੇ ਘਰ ਬਾਹਰ ਤੂੰ ਰਹਿਣਾ, ਜਿਹੜੇ ਧੀਆਂ ਪੁੱਤਰਾਂ ਨੇ ਇਹਨਾਂ ਨੇ ਤੇਰੇ ਸਾਥ ਤੇਰੇ ਨਾਲ ਸਦਾ ਰਹਿਣਾ, ਕਿੰਨਾ ਕੁ ਚਿਰ ਹੋਰ ਰਹਿਣਗੇ ਤੇਰੇ ਨਾਲ, ਖੋਜ ਅੰਦਰ ਨੂੰ ਵੇਖ। ਸੋ ਗੁਰੂ ਪਿਤਾ ਫਿਰ ਜੀ ਇਹ ਘਰ ਨੇ ਨਾਲ ਨਹੀਂ ਰਹਿਣਾ, ਫਿਰ ਉਹ ਕਿਹੜਾ ਘਰ ਆ, ਉਹ ਕਿਹੜਾ ਘਰ ਆ ਜਿਹੜਾ ਮੈਨੂੰ ਬਣਾਉਣ ਦੀ ਲੋੜ ਆ ਜੇ, ਜਿਹੜੇ ਘਰ ਦੇ ਵਿੱਚ ਮੈਂ ਜਾ ਕੇ
ਰਹਿਣਾ ਬਸਣਾ ਵਾ, ਉਹ ਘਰ ਕਿਹੜਾ ਆ? ਸੋ ਗੁਰੂ ਪਿਤਾ ਉਹ ਘਰ ਨਹੀਂ ਮੇਰੇ ਕੋਲ ਅਜੇ ਹੈਗਾ। ਜਦੋਂ ਗੁਰੂ ਪਿਤਾ ਅੱਗੇ ਬੇਨਤੀ ਕਰੀ ਦੀ ਕਿ ਗੁਰੂ ਪਿਤਾ ਉਹ ਘਰ ਨਹੀਂ ਅਜੇ ਮੇਰੇ ਕੋਲ ਹੈਗਾ, ਤੇ ਗੁਰੂ ਪਿਤਾ ਕਹਿੰਦੇ ਫਿਰ ਤੂੰ ਅਜੇ ਗਰੀਬ ਹੀ ਆ। ਜੇ ਤੇਰੇ ਕੋਲ ਜੋ ਤੂੰ ਕਮਾਉਣ ਆਇਆ ਸੀ ਸੰਸਾਰ ਤੇ, ਜੋ ਤੈਨੂੰ ਕਰਨ ਲਈ ਭੇਜਿਆ ਸੀ, ਉਹ ਅਜੇ ਖਰਚਾ ਤੇਰੇ ਕੋਲ ਨਹੀਂ ਹੈਗਾ, ਜਿਸ ਖਰਚੇ ਦੇ ਨਾਲ ਤੂੰ ਜਿੱਥੇ ਜਾਣਾ, ਜਿਹੜਾ ਉਹ ਘਰ ਬਣਾਉਣਾ, ਉਹ ਪੂੰਜੀ ਅਜੇ ਤੂੰ ਇਕੱਠੀ ਨਹੀਂ ਕੀਤੀ, ਇਸ ਕਰਕੇ ਤੂੰ ਅਜੇ ਗਰੀਬ ਹੀ ਆ। ਸੋ ਫਿਰ ਜਦੋਂ ਅੰਦਰ ਦੀ ਗਰੀਬੀ ਦਿਖਦੀ ਸੀ ਵੀ ਗੁਰੂ ਪਿਤਾ ਗਰੀਬ ਹੁੰਦਾ ਕੀ ਆ, ਸੋ ਗੁਰੂ ਪਿਤਾ ਸਮਝਾਉਂਦੇ ਸੀ ਕਿ ਜਿਵੇਂ ਕਿ ਆਪਾਂ ਕਰਦੇ ਵੀ ਹਾਂ ਉਸ ਰਸਤੇ ਵਾਸਤੇ ਸ਼ੁਭ ਗੁਣ ਚਾਹੀਦੇ ਆ। ਸੋ ਗੁਰੂ ਪਿਤਾ ਜੀ ਉਹ ਸ਼ੁਭ ਗੁਣ ਹੁੰਦੇ ਕੀ ਆ? ਉਹ ਕਿਹੜੇ ਗੁਣ ਨੇ ਜਿਹਨੂੰ ਅਸੀਂ ਧਾਰਨ ਕਰਨਾ ਆ, ਜਿਸ ਦੇ ਉੱਤੇ ਚੱਲਣਾ ਸੀ? ਗੁਣ ਤੇ ਹਰ ਕੋਈ ਮੰਨ ਕੇ ਬੈਠਾ ਕਿ ਮੇਰੇ ਕੋਲ ਆ ਗੁਣ, ਮੇਰੇ ਕੋਲ ਆ ਗੁਣ, ਗੁਣਵਾਨ ਹਰ ਕੋਈ ਕਹਿ ਰਿਹਾ ਕਿ ਮੈਂ ਗੁਣਵਾਨ ਹਾਂ, ਪਰ ਤੁਹਾਨੂੰ ਮਿਲਣ ਲਈ ਉਸ ਘਰ ਵਾਸਤੇ ਜਾਣ ਲਈ ਕੁਝ ਹੋਰ ਗੁਣ ਹੋਣਗੇ, ਜਿਹੜੇ ਸ਼ੁਭ ਗੁਣ ਜਿਹਨੂੰ ਅਸੀਂ ਕਹਿੰਦੇ ਹਾਂ। ਗੁਰੂ ਪਿਤਾ ਉਹ ਹੈ ਕੀ ਆ? ਸੋ ਗੁਰੂ ਪਿਤਾ ਇਹੋ ਹੀ ਫਿਰ ਸਮਝਾਉਂਦੇ ਨੇ ਕਿ ਵਾਕਿਆ ਹੀ ਜਿਨਨੇ ਤੈਨੂੰ ਪੈਦਾ ਕੀਤਾ, ਜਿਸ ਪ੍ਰਭੂ ਨੇ ਤੈਨੂੰ ਇਸ ਸੰਸਾਰ ਤੇ ਭੇਜਿਆ, ਕਿ ਉਸ ਨੂੰ ਇਹ ਸਾਰੇ ਸੰਸਾਰ ਦੇ ਵਿੱਚ ਤੂੰ ਵੇਖਿਆ, ਤੂੰ ਉਸ ਨੂੰ ਆਪਣਾ ਸਮਝਿਆ, ਤੂੰ ਆਪਣਾ ਬਣਾਇਆ, ਤੂੰ ਇੱਕ ਛੋਟੇ ਜਿਹੇ ਘਰ ਨੂੰ ਹੀ ਆਪਣਾ ਘਰ ਸਮਝਿਆ, ਕਿ ਸਾਰੇ ਸੰਸਾਰ ਨੂੰ ਆਪਣਾ ਘਰ ਸਮਝਿਆ, ਕਿ ਸਾਰਿਆਂ ਜੀਆਂ ਨੂੰ ਤੂੰ ਆਪਣੇ ਜੀ ਸਮਝਿਆ, ਕਿ ਸਾਰਿਆਂ ਦੀ ਮੁਸ਼ਕਲ ਤੂੰ ਆਪਣੀ ਮੁਸ਼ਕਲ ਸਮਝੀ। ਜੇ ਨਹੀਂ ਸਮਝੀ ਤੇ ਫਿਰ ਸੋਚ, ਫਿਰ ਕੁਝ ਕਰ, ਫਿਰ ਤੈਨੂੰ ਅਜੇ ਬੜੀ ਕੁਝ ਕਰਨ ਦੀ ਲੋੜ ਵਾ। ਸੋ ਫਿਰ ਗੁਰੂ ਪਿਤਾ ਆਪ ਜੀ ਕਿਰਪਾ ਕਰੋ, ਆਪ ਹੀ ਦਇਆ ਕਰੋ। ਆਪ ਜੀ ਤੇ ਦਿਆਲੂ ਹੋ ਨਾ, ਆਪ ਜੀ ਦੀ ਤੇ ਦਿਆਲਤਾ ਆ ਨਾ ਕਿ ਸਭ ਦੀਆਂ ਝੋਲੀਆਂ ਭਰਨੀਆਂ। ਸੋ ਗੁਰੂ ਪਿਤਾ ਜੀ ਆਪ ਜੀ ਕਿਰਪਾ ਕਰੋ, ਆਪ ਜੀ ਬਖਸ਼ਿਸ਼ ਕਰੋ ਸਤਿਗੁਰੂ। ਤੇ ਜਦੋਂ ਗੁਰੂ ਪਿਤਾ ਦੀ ਦਿਆਲਤਾ ਵੇਖੀ ਦੀ ਹੈ, ਤੇ ਫਿਰ ਗੁਰੂ ਪਿਤਾ ਇੱਦਾਂ ਸਮਝਾਉਂਦੇ ਨੇ ਕਿ ਜਿਹੜਾ ਇਹ ਸ਼ੀਸ਼ਾ ਵਿਖਾਉਣਾ ਆ ਨਾ, ਇਹ ਵੀ ਤੇ ਉਹਦੀ ਦਿਆਲਤਾ ਹੀ ਆ। ਜਿਹੜਾ ਇਹ ਸ਼ੀਸ਼ਾ ਸਾਨੂੰ ਗੁਰਸਿੱਖੀ ਵਾਲਾ ਸ਼ੀਸ਼ਾ ਵਿਖਾਉਣ ਰਹੇ ਨੇ ਗੁਰੂ ਪਿਤਾ, ਇਹ ਵੀ ਤੇ ਉਹਦੀ ਦਿਆਲਤਾ ਹੀ ਆ ਨਾ। ਤੂੰ ਜੋ ਕੁਛ ਮੰਗਿਆ ਮੈਂ ਉਹ ਦਿੱਤਾ, ਜੋ ਕੁਛ ਵੀ ਅਸੀਂ ਮੰਗਦੇ ਹਾਂ ਉਹ ਸਾਨੂੰ ਗੁਰੂ ਪਿਤਾ ਜੀ ਸਾਨੂੰ ਬਖਸ਼ਿਸ਼ ਕਰਦੇ ਨੇ, ਸਾਨੂੰ ਦਿੰਦੇ ਨੇ। ਪਰ ਵਾਕਿਆ ਹੀ ਅਸੀਂ ਕਦੀ ਗੁਰੂ ਪਿਤਾ ਨੂੰ ਮੰਗਿਆ ਕਿ ਗੁਰੂ ਪਿਤਾ ਆਪ ਜੀ ਚਾਹੀਦੇ ਹੋ, ਆਪ ਜੀ ਨਹੀਂ ਹੈਗੇ ਮੇਰੇ ਜੀਵਨ ਦੇ ਵਿੱਚ। ਸੋ ਜਦੋਂ ਗੁਰੂ ਪਿਤਾ ਕਹਿੰਦੇ ਆਪ ਜੀ ਨੇ ਮੰਗਿਆ ਹੀ ਨਹੀਂ ਮੈਨੂੰ, ਮੈਂ ਕਿੱਦਾਂ ਦਿੰਦਾ? ਮੈਂ ਤੇ ਹਰ ਚੀਜ਼ ਦੇਣ ਲਈ ਤਿਆਰ ਹਾਂ, ਮੈਂ ਹਰ ਚੀਜ਼ ਲੈ ਕੇ ਬੈਠਾ ਹਾਂ, ਕਿ ਮੈਂ ਡੀਕ ਰਿਹਾ ਕਿ ਪੁੱਤ ਤੂੰ ਕਦੋਂ ਮੰਗੇਗਾ, ਤੂੰ ਆਹ ਚੀਜ਼ ਮੰਗੀ ਮੈਂ ਪੂਰੀ ਕਰਤੀ, ਹੁਣ ਤੂੰ ਆਹ ਮੰਗੇਗਾ, ਹੁਣ ਤੇ ਮੈਨੂੰ ਮੰਗੇਗਾ, ਹੁਣ ਤੇ ਮੈਨੂੰ ਮੈਂ ਡੀਕੀ ਜਾ ਰਿਹਾ ਕਿ ਤੂੰ ਕਦੋਂ ਮੰਗਦਾ ਤੇ ਮੈਂ ਕਦੋਂ ਦਿੰਦਾ। ਤੇ ਜਦੋਂ ਵੇਖੀਦਾ ਕਿ ਉਹ ਤੇ ਹੈ ਹੀ ਦਿਆਲਤਾ ਦੇ ਘਰ ਵਿੱਚ ਆ, ਉਹ ਤੇ ਹੈ ਹੀ ਦਿਆਲੂ ਆ, ਉਹ ਤੇ ਸਦਾ ਦੇਣ ਵਾਲਾ ਹੀ ਆ, ਉਹ ਤੇ ਲੈਂਦਾ ਹੀ ਕੁਛ ਨਹੀਂ, ਉਹ ਤੇ ਦਈ ਤੁਰਿਆ ਜਾ ਰਿਹਾ। ਸਿਰਫ ਸਾਡਾ ਭੁਲੇਖਾ ਹੀ ਆ ਕਿ ਸਾਡੇ ਕੋਲ ਕੁਝ ਚਲੇ ਗਿਆ, ਸਾਡੇ ਕੋਲ ਕੁਝ ਲੈ ਗਿਆ। ਉਹ ਜਾਣਾ ਵੀ ਇੱਕ ਜਾਣਾ ਨਹੀਂ, ਉਹ ਵੀ ਇੱਕ ਉਹਦੀ ਦਿਆਲਤਾ ਹੀ ਆ, ਉਹਦੇ ਥਰੂ ਸਾਨੂੰ ਕੁਝ ਦੇ ਹੀ ਰਿਹਾ ਹੁੰਦਾ। ਤੇ ਜਦੋਂ ਗੁਰੂ ਪਿਤਾ ਜੀ ਆਪ ਜੀ ਇੰਨਾ ਕੁਝ ਦੇ ਰਹੇ ਹੋ, ਸਤਿਗੁਰੂ ਜੀ ਇਹ ਵੀ ਬੇਨਤੀ ਹੁਣ ਸੁਣੋ ਸਤਿਗੁਰੂ। ਸੋ ਜਦੋਂ ਗੁਰੂ ਪਿਤਾ ਕਹਿੰਦੇ ਨੇ ਕਿ ਜਿਹੜੀ ਬੇਨਤੀ ਨਿਕਲਣੀ ਆ, ਇਹ ਜਿਹੜੀ ਅਰਦਾਸ ਨਿਕਲਣੀ ਆ, ਵੀ ਇਹ ਵੀ ਤੇ ਮੈਂ ਕੁਝ ਦੇ ਹੀ ਰਿਹਾ ਨਾ, ਇਹ ਵੀ ਤੇ ਦਿਆਲਤਾ ਹੀ ਆ ਨਾ ਕਿ ਨਿਕਲ ਰਹੀ ਹੈ। ਤੇ ਨਹੀਂ ਤੇ ਇਹ ਤੇ ਉਹਦੀ ਦਿਆਲਤਾ ਤੋਂ ਬਿਨਾਂ ਇਹ ਵੀ ਨਹੀਂ ਨਿਕਲ ਸਕਦੀ, ਇਹ ਬੇਨਤੀ ਵੀ ਨਹੀਂ ਨਿਕਲ ਸਕਦੀ। ਸੋ ਜਦੋਂ ਇਸ ਚੀਜ਼ ਨੂੰ, ਸਾਰੇ ਅਭਿਆਸ ਨੂੰ ਜਦੋਂ ਇਸ ਨਜ਼ਰੀਏ ਨਾਲ ਵੇਖੀਏ ਤੇ ਫਿਰ ਪਤਾ ਲੱਗਦਾ ਕਿ ਉਹਦੀ ਦਿਆਲਤਾ ਕਿੰਨੀ ਹੈ। ਇੱਕ ਇੱਕ ਸਵਾਸ ਉਹਦੀ ਦਿਆਲਤਾ ਹੈ, ਇੱਕ ਇੱਕ ਕਰਮ ਜਿਹੜਾ ਹੈ, ਜਿੰਨੇ ਵੀ ਅਸੀਂ ਕਰਮ ਕਰਦੇ ਹਾਂ, ਸੋ ਉਸ ਗੁਰੂ ਪਿਤਾ ਨੂੰ ਸਮਰਪਣ ਕਰਨ ਦੀ ਕੋਸ਼ਿਸ਼ ਕਰ ਸਕੀਏ, ਗੁਰੂ ਪਿਤਾ ਆਪ ਜੀ ਦੇ ਚਰਨਾਂ 'ਚ ਰੱਖਣ ਯੋਗ ਕਰ ਸਕੀਏ, ਉਹ ਕਰਮ ਕਰ ਸਕੀਏ ਜੋ ਆਪ ਜੀ ਦੇ ਚਰਨਾਂ ਦੇ ਅੱਗੇ ਰੱਖਿਆ ਜਾਵੇ। ਸਤਿਗੁਰੂ ਤੂੰ ਐਸੀ ਦਇਆ, ਤੂੰ ਐਸੀ ਮਿਹਰ ਕਰ ਸਤਿਗੁਰੂ, ਤੂੰ ਇਹ ਮੇਰੀ ਬੇਨਤੀ ਸੁਣ ਲੈ ਕਿ ਜਿਹੜਾ ਮੈਨੂੰ ਭਟਕਣਾ ਨਾ ਪਵੇ। ਸੋ ਤੂੰ ਤੇ ਬੇਨਤੀ ਸੁਣਨ ਯੋਗ ਵਾਂ ਤੇ ਬੇਨਤੀ ਸੁਣ। ਹਰ ਪ੍ਰਭ ਹਰ ਰਾਇਆ ਰਾਮ ਰਾਜੇ। ਹੇ ਪ੍ਰਭੂ, ਹੇ ਪ੍ਰਮਾਤਮਾ, ਹੇ ਵਾਹਿਗੁਰੂ, ਹੇ ਹਿਰ ਲੈਣ ਵਾਲੇ, ਇਹ ਸਤਿਗੁਰੂ ਤੂੰ ਆਪ ਕਿਰਪਾ ਕਰਨਾ। ਤੂੰ ਤੇ ਹਰੀ ਹੈਗਾ ਨਾ ਜਿਹੜਾ ਹਰ ਥਾਂ ਤੇ ਆ, ਤੂੰ ਰਾਇਆ ਵਾਂ ਹਰ ਜਗ੍ਹਾ ਤੇ ਰਾਮ, ਹੇ ਰਮਿਆ ਹੋਇਆ ਵਾਂ, ਹੇ ਰਾਜੇ, ਹੇ ਸਾਰੀ ਦੀਨ ਦੁਨੀਆ ਕਾਇਨਾਤ ਦੇ ਮਾਲਕ, ਹੇ ਰਾਜੇ ਸਤਿਗੁਰੂ ਆਪ ਜੀ ਤੇ ਕਿਰਪਾ ਕਰੋ ਨਾ। ਤੇ ਜਦੋਂ ਗੁਰੂ ਪਿਤਾ ਅੱਗੇ ਇਹ ਬੇਨਤੀ ਰੱਖੀ ਦੀ ਹੈ ਤੇ ਫਿਰ ਕੁਐਸਚਨ ਖੜਾ ਹੁੰਦਾ ਹੈ ਕਿ ਹੋਂ ਮੰਗਣਾ ਕੀ ਹੈ,
ਹਉ ਮੰਗੂ ਸ਼ਰਨ ਹਰ ਨਾਮ ਕੀ। ਮੰਗਣਾ ਹੈ ਤੇ ਇੱਕੋ ਚੀਜ਼ ਹੁਣ ਤੂੰ ਮੰਗ ਲਾ, ਸ਼ਰਨ ਉਹਦੀ ਸ਼ਰਨ 'ਚ ਚਲੇ ਜਾ, ਉਹ ਨਾਮ ਦੀ ਸ਼ਰਨ ਦੇ ਹੇਠ ਚਲੇ ਜਾ। ਉਹ ਜਿੱਥੇ ਸਵਾਸ ਸਵਾਸ ਤੂੰ ਜਪ ਸਕੇ, ਜਿੱਥੇ ਸਵਾਸ ਸਵਾਸ ਤੂੰ ਉਹਦੀ ਬੰਦਗੀ ਕਰ ਸਕੇ, ਜਿੱਥੇ ਹਰ ਪਲ ਹਰ ਛਿਨ ਉਸ ਨੂੰ ਵੇਖ ਸਕੇ, ਉਸ ਨੂੰ ਗਾ ਸਕੇ। ਸੋ ਜਿੰਨਾ ਵੀ ਸਵਾਸ ਬਾਕੀ ਆ, ਇਹ ਅੱਖਾਂ ਨਾਲ ਉਹਨੂੰ ਹੀ ਵੇਖ ਸਕੇ, ਇਹ ਕੰਨਾਂ ਨਾਲ ਉਹਨੂੰ ਹੀ ਸੁਣ ਸਕੇ, ਇਹ ਰਸਨਾ ਨਾਲ ਉਹਨੂੰ ਹੀ ਗਾ ਸਕੇ। ਤੂੰ ਉਹ ਸ਼ਰਨ ਮੰਗ ਲਾ ਗੁਰੂ ਪਿਤਾ ਕੋਲੋਂ। ਉਹ ਤੇਰੇ ਮੁਖ ਹਰ ਹਰ ਪਾਇਆ ਕਿ ਉਹ ਹਰ ਹਰ ਮੁਖ ਪਾਇਆ ਕਿ ਉਹ ਜਿਹੜਾ ਗੁਰੂ ਪਿਤਾ ਜਿਹੜੇ ਆ ਉਹ ਆਪ ਜੀ ਨੂੰ, ਉਹ ਤੇਰੇ ਮੁਖ 'ਚ ਉਹ ਸਦਾ ਹੀ ਤੇਰੀ ਸੁਰਤੀ ਬਿਰਤੀ ਦੇ ਵਿੱਚ ਗੁਰੂ ਪਿਤਾ ਜਿੱਥੇ ਆਪ ਜੀ ਹੀ ਵਸ ਜਾਓ ਆਣ ਕੇ। ਇਹ ਮੈਂ ਆਪ ਜੀ ਦੇ ਅੱਗੇ ਹੱਥ ਜੋੜ ਕੇ ਗੁਰੂ ਪਿਤਾ ਜੀ ਆਪ ਜੀਆਂ ਕੋ ਬੇਨਤੀ ਕਰਦਾ ਹਾਂ ਕਿ ਉਹ ਮੈਨੂੰ ਨਾਮ ਦੀ ਸ਼ਰਨ 'ਚ ਰੱਖ ਲਓ, ਜਿੱਥੇ ਮੈਂ ਸਵਾਸ ਸਵਾਸ ਬੰਦਗੀ ਕਰਾਂ। ਸੋ ਭਗਤ ਵਸ਼ਲ ਹਰ ਬਿਰਧ ਹੈ। ਅਤੇ ਜਦੋਂ ਅਸੀਂ ਗੁਰੂ ਪਿਤਾ ਦੇ ਅੱਗੇ ਰੱਖਾਂਗੇ, ਜੋ ਗੁਰੂ ਪਿਤਾ ਦੇ ਅੱਗੇ ਬੇਨਤੀਆਂ ਕਰਾਂਗੇ, ਅਤੇ ਉਹਦਾ ਵੀ ਕੋਈ ਬਿਰਧ ਹੈ। ਉਹ ਵੀ ਆਪਣੇ ਭਗਤਾਂ ਦੀ ਸਦਾ ਹੀ ਲਾਜ ਰੱਖਦਾ ਆਇਆ ਵਾ ਅਤੇ ਧੁਰ ਤੂੰ ਰੱਖਦਾ ਆ। ਜਿਵੇਂ ਕਿ ਭਗਤ ਪ੍ਰਹਲਾਦ ਜੀ, ਜਿਵੇਂ ਕਿ ਭਗਤ ਨਾਮਦੇਵ ਜੀ, ਭਗਤ ਕਬੀਰ ਜੀ। ਸੋ ਜਿੰਨੇ ਵੀ ਹੋਰ ਵੀ ਕਈਆਂ ਭਗਤਾਂ ਦੀ ਜਿਸ ਤਰ੍ਹਾਂ ਕਿ ਆਪਾਂ ਨੂੰ ਉਦਾਹਰਨਾਂ ਮਿਲਦੀਆਂ ਵੀ ਜਿੰਨੇ ਵੀ ਬੰਦਗੀਆਂ ਵਾਲੀਆਂ ਰੂਹਾਂ ਸੀ, ਉਹਨਾਂ ਦੀ ਹਰ ਵੇਲੇ ਲਾਜ ਰੱਖਦਾ ਆ, ਜਿਸ ਤਰ੍ਹਾਂ ਦ੍ਰੋਪਦੀ ਦੀ ਵੀ ਲਾਜ ਰੱਖੀ। ਸੋ ਇੱਦਾਂ ਹੀ ਜਦੋਂ ਗੁਰੂ ਪਿਤਾ ਕਹਿੰਦੇ ਨੇ ਕਿ ਇਹ ਤੇ ਮੇਰਾ ਬਿਰਧ ਆ, ਇਹ ਤੇ ਜਦੋਂ ਜਿਹੜਾ ਭਗਤੀ ਕਰਦਾ, ਜਿਹੜਾ ਮੈਨੂੰ ਪ੍ਰੇਮ ਕਰਦਾ, ਤਾਂ ਇਹੋ ਹੀ ਮੇਰਾ ਬਿਰਧ ਹੈ ਕਿ ਮੈਂ ਉਹਦੀ ਲਾਜ ਰੱਖਣ ਲਈ ਉਹ ਰੱਖੀ ਜਾਂਦੀ ਉਹਦੇ ਕੋਲ ਉਹਦੀ ਲਾਜ। ਭਗਤ ਵਸ਼ਲ ਹਰ ਬਿਰਧ ਹੈ, ਹਰ ਲਾਜ ਰਖਾਇਆ ਗੁਰੂ ਪਿਤਾ ਤੂੰ ਆਪ ਹੀ ਕਿਰਪਾ ਕਰ ਲਾ। ਆਪ ਸਤਿਗੁਰੂ ਕਿਰਪਾ ਕਰਕੇ ਮੇਰੀ ਉਹ ਇੱਜ਼ਤ ਰੱਖ ਲਾ, ਮੈਨੂੰ ਸਤਿਗੁਰੂ ਆਪਣੇ ਚਰਨਾਂ 'ਚ ਜੋੜ ਲਾ ਸਤਿਗੁਰੂ, ਜਿਹੜਾ ਮੈਨੂੰ ਭਟਕਣਾ ਨਾ ਪਵੇ। ਤੇ ਜਨ ਨਾਨਕ ਸ਼ਰਨਾਗਤੀ, ਜਦੋਂ ਨੰਨੇ ਨੂੰ ਤੇ ਕੱਕੇ ਨੂੰ ਵੀ ਔਂਕੜ ਲੱਗੀ ਤੇ ਇਸ ਪ੍ਰਤੀਤ ਹੁੰਦਾ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਇੱਕ ਜਨ ਬਣ ਕੇ ਆਪਣੇ ਆਪ ਨੂੰ ਸਾਡੀ ਅਵਸਥਾ ਤੇ ਖੜੀ ਕਰਕੇ, ਉਹ ਕਹਿਣਾ ਕੋਟ ਬ੍ਰਹਮੰਡਾਂ ਦਾ ਮਾਲਕ ਜਦੋਂ ਸਾਡੀ ਅਵਸਥਾ ਤੇ ਆਣ ਕੇ ਗੱਲ ਕਰਨ ਡਏ ਹੋਣ ਵੀ ਜਨ ਨਾਨਕ। ਤੇ ਜਦੋਂ ਵੇਖੀਦਾ ਕਿ ਜਨ ਹੁੰਦਾ ਕੀ ਆ, ਜਨ ਜਿਸ ਤਰ੍ਹਾਂ ਕਿ ਇੱਥੇ ਕੀਤੇ ਸੀ ਕਿ ਜਿਸ ਤਰ੍ਹਾਂ ਜਨ ਜਿਹੜਾ ਹੁੰਦਾ ਸੇਵਕ ਹੁੰਦਾ, ਦਾਸ ਹੁੰਦਾ ਬਣ ਕੇ। ਇੱਕ ਜਨ ਦਾ ਮਤਲਬ ਜਿਸ ਤਰ੍ਹਾਂ ਖਾਲਸਾ ਜੀ ਵੀ ਕਰਦੇ ਹੁੰਦੇ ਨਾ ਕਿ ਇੱਕ ਜਨ ਗੁਲਾਮ ਹੁੰਦਾ। ਗੁਲਾਮੀ ਕੀ ਹੁੰਦੀ ਆ ਕਿ ਜਿਹਦੀ ਸ਼ਰਨ 'ਚ ਰਹੋ ਤੁਸੀਂ, ਜਿਹਦੇ ਕੋਲ ਰਹੋ ਤੁਸੀਂ, ਉਹਦਾ ਹਰ ਬੋਲ ਉਹਦਾ ਤੁਹਾਡੇ ਸਿਰ ਮੱਥੇ ਤੁਸੀਂ ਸਿਰ ਨਵਾ ਕੇ ਮੰਨੋ, ਜਿਹਦੇ ਬਦਲੇ ਤੁਹਾਨੂੰ ਕੁਛ ਨਾ ਚਾਹੀਦਾ ਹੋਵੇ, ਜਿਹਦੇ ਬਦਲੇ ਸਾਨੂੰ ਕੁਛ ਨਾ ਚਾਹੀਦਾ ਹੋਵੇ, ਸਿਰਫ ਤੇ ਸਿਰਫ ਉਹਦਾ ਆਰਡਰ ਹੀ ਮੰਨਣਾ, ਇਹ ਤੋਂ ਉੱਤੇ ਕੁਛ ਨਹੀਂ। ਗੁਲਾਮ ਉਹ ਹੁੰਦਾ ਕਿ ਜਿਹੜਾ ਸਾਰੀ ਉਮਰ ਸਦਾ ਹੀ ਉਹਦੇ ਹੀ ਜੋ ਕੋਈ ਕਹਿੰਦਾ ਹੈ ਕਿ ਉਹਦੇ ਅਖਤਿਆਰ ਰਹਿਣਾ। ਅਤੇ ਗੁਰੂ ਨਾਨਕ ਪਿਤਾ ਵੀ ਇੱਦਾਂ ਹੀ ਸਾਨੂੰ ਸਮਝਾ ਰਹੇ ਨੇ, ਜਨ ਨਾਨਕ ਸ਼ਰਨਾਗਤੀ, ਮੈਂ ਵੀ ਤੇਰੀ ਸ਼ਰਨ 'ਚ ਗੁਰੂ ਪਿਤਾ। ਹੇ ਵਾਹਿਗੁਰੂ ਜੀਓ, ਆਪ ਕਿਰਪਾ ਕਰੋ ਸਤਿਗੁਰੂ ਜੀਓ, ਹਰ ਨਾਮ ਤਰਾਇਆ। ਇਹ ਸਤਿਗੁਰੂ, ਇਹ ਨਾਮ, ਇਹ ਹਰ ਜਗ੍ਹਾ 'ਤੇ ਤੇਰਾ ਨਾਮ ਹੀ ਹੈ, ਤੂੰ ਹੀ ਹੈ ਵਿਆਪਕ ਹੈ, ਤੂੰ ਹੀ ਚੇਤੇ ਆਵੇਂ ਅਤੇ ਇਹ ਭਵ ਸਮੁੰਦਰ ਤੋਂ ਤਰ ਸਕੀਏ, ਪਾਰ ਲੰਘ ਸਕੀਏ। ਸਤਿਗੁਰੂ ਜੀਓ, ਇਹਨਾਂ ਤ੍ਰਿਸ਼ਨਾ ਦੀਆਂ ਇਹ ਜਿੰਨਾ ਵੀ ਸਮੁੰਦ ਸਾਗਰ, ਜਿਸ ਤਰ੍ਹਾਂ ਆਪਾਂ ਬਣੀ ਪੜ੍ਹਦੇ ਹਾਂ, ਨੀਰ ਭਰਿਆ ਤੇਤੇ ਔਗਣ ਹਮਾਰੇ, ਇੰਨੇ ਔਗਣਾ ਭਰਿਆ ਸਤਿਗੁਰੂ, ਪਰ ਆਪ ਜੀ ਕਿਰਪਾ ਕਰੋ ਸਤਿਗੁਰੂ। ਇਹ ਬਰਿਆਈਆਂ ਦੇ ਭਰੇ ਸਮੁੰਦਰ ਦੇ ਵਿੱਚੋਂ ਦੀ ਮੈਂ, ਇਹ ਅਗਨ ਦੇ ਭਰੇ ਸਮੁੰਦਰ ਵਿੱਚੋਂ ਬਰਿਆਈਆਂ ਮੇਰੇ ਕੋਲ ਇੰਨੀਆਂ ਕਿ ਮੈਂ ਲੰਘਣ ਦੀ ਕੋਸ਼ਿਸ਼ ਕਰ ਰਿਹਾ, ਪਰ ਮੈਨੂੰ ਦਿਖਦਾ ਨਹੀਂ ਕਿ ਮੈਂ ਲੰਘ ਸਕਾਂ। ਪਰ ਸਤਿਗੁਰੂ ਆਪ ਕਿਰਪਾ ਕਰੋ, ਆਪ ਆਪਣੀ ਸ਼ਰਨ 'ਚ ਰੱਖ ਕੇ ਮੈਨੂੰ ਲੰਘਾ ਲਓ ਸਤਿਗੁਰੂ। ਇਹ ਸਤਿਗੁਰੂ ਜੀ ਸੰਸਾਰ ਸਮੁੰਦਰ ਤੋਂ ਪਾਰ ਕਰਾ ਲਓ ਸਤਿਗੁਰੂ ਜੀਓ। ਇਹਦੇ ਵਿੱਚ ਬਹੁਤ ਭਿਆਨਕ
ਅੱਗ ਵਾ ਸਤਿਗੁਰੂ, ਕਿਤੇ ਕਾਮ ਦੀ ਆ, ਕਿਤੇ ਕ੍ਰੋਧ ਦੀ ਆ, ਕਿਤੇ ਲੋਭ ਦੀ ਆ, ਹੰਕਾਰ ਦੀ, ਤ੍ਰਿਸ਼ਨਾ ਦੀ, ਕਿੰਨਾ ਕੁਛ ਮੈਂ ਆਪਣੇ ਵੱਲ ਵੇਖਾਂ ਤੇ ਮੇਰੀ ਕਿੰਨੇ ਲਾਲਚ ਨੇ, ਕਿੱਥੇ ਕਿੱਥੇ ਮੈਂ ਕੀ ਕੁਝ ਮੰਗੀ ਜਾ ਰਿਹਾ, ਕਿੱਥੇ ਖੜਾ ਆ। ਸੋ ਸਤਿਗੁਰੂ ਦਇਆ ਕਰਕੇ, ਰਹਿਮਤ ਕਰਕੇ, ਬਖਸ਼ਿਸ਼ ਕਰਕੇ ਸਾਨੂੰ ਸਤਿਗੁਰੂ ਜੀਓ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ। ਸੋ ਆਪ ਦਇਆ ਕਰੋ ਸਤਿਗੁਰੂ, ਇਸੇ ਤਰ੍ਹਾਂ ਸਾਨੂੰ ਇਹ ਸ਼ਬਦ ਰੂਪੀ ਸ਼ੀਸ਼ਾ ਸਾਨੂੰ ਹਮੇਸ਼ਾ ਵਿਖਾਲੀ ਰੱਖੋ ਸਤਿਗੁਰੂ, ਸਾਨੂੰ ਆਪਣਾ ਅੰਦਰ ਦਿਖ ਸਕੇ, ਅਸੀਂ ਅੰਦਰ ਵੇਖ ਕੇ ਤੇ ਤੁਰ ਸਕੀਏ ਸਤਿਗੁਰੂ। ਆਪ ਹੀ ਕਿਰਪਾ ਕਰਿਓ, ਆਪ ਹੀ ਉਦਮ ਕਰਾਓ ਸਤਿਗੁਰੂ, ਆਪ ਹੀ ਸਭ ਕੁਝ ਕਰਾਓ, ਆਪ ਹੀ ਜੋ ਕੁਝ ਵੀ ਹੋ ਸਤਿਗੁਰੂ ਆਪ ਹੀ ਪ੍ਰਗਟ ਹੋ ਕੇ ਕਰਾਓ ਸਤਿਗੁਰੂ। ਸੋ ਜਿਸ ਚੀਜ਼ ਦਾ ਲੇਖਾ ਹੋਰ ਨਾ ਬਣ ਸਕੇ ਸਤਿਗੁਰੂ, ਬਹੁਤ ਹੀ ਪਿੱਛੇ ਗਲਤੀਆਂ ਕਰ ਚੁੱਕੇ ਹਾਂ ਸਤਿਗੁਰੂ, ਬਹੁਤ ਗਲਤੀਆਂ ਕਰ ਚੁੱਕਾ ਸਤਿਗੁਰੂ। ਹੁਣ ਅੱਗੇ ਤੋਂ ਸਤਿਗੁਰੂ ਜੀਓ ਬੇਅੰਤ ਭੁੱਲਾਂ ਹੋਣਗੀਆਂ ਵੀ, ਪਰ ਸਤਿਗੁਰੂ ਆਪ ਸਦਾ ਬਖਸ਼ ਲੈਣਾ, ਬਖਸ਼ਣ ਯੋਗ ਹੋ ਸਤਿਗੁਰੂ, ਬੇਅੰਤ ਭੁੱਲਾਂ ਨੂੰ ਨਾ ਚਕਾਰਨਾ। ਸੋ ਪਿਆਰ ਸਤਿਕਾਰ ਸਾਹਿਬ, ਗੱਜ ਕੇ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।